ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਅਗਲਾ ਕਨਸੈਪਟ ਸੋਸ਼ਲ ਸਟ੍ਰੈਟੀਫਿਕੇਸ਼ਨ ਸਮਾਜਿਕ ਸਤਰੀਕਰਨ ਕਵਰ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਜੇਕਰ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਨਵਾਂ ਲੈਕਚਰ ਅਪਲੋਡ ਕੀਤਾ ਜਾਵੇ ਤਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਹਾਂਜੀ, ਲੈਕਚਰ ਸ਼ੁਰੂ ਕਰਦੇ ਹਾਂ। ਅੱਜ ਦਾ ਕਨਸੈਪਟ ਹੈ ਸੋਸ਼ਲ ਸਟ੍ਰੈਟੀਫਿਕੇਸ਼ਨ ਸਮਾਜਿਕ ਸਤਰੀਕਰਨ। ਮੀਨਿੰਗ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ, ਸਮਾਜਿਕ ਸਤਰੀਕਰਨ ਦੇ ਅਰਥ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਮਾਜਿਕ ਸਤਰੀਕਰਨ ਕੀ ਹੈ। ਪ੍ਰਾਚੀਨ ਸਮਾਜ ਦੇ ਵਿੱਚ ਜਦੋਂ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀਗਾ, ਸਾਰੇ ਇੱਕੋ ਜਿਹੇ ਸੀ, ਇੱਕ ਸਵਰੇ ਮਿਲ ਜੁਲ ਕੇ ਰਹਿੰਦੇ ਸੀ। ਹੌਲੀ ਹੌਲੀ ਸਮਾਜ ਦੇ ਵਿੱਚ ਲਿੰਗ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਵਖਰੇਵਾਂ ਦਿਖਣ ਲੱਗਾ। ਉਸ ਤਰ੍ਹਾਂ ਹੀ ਸਮਾਜ ਦੇ ਵਿੱਚ ਸਤਰੀਕਰਨ ਦਾ ਕੰਸੈਪਟ ਸ਼ੁਰੂ ਹੋਇਆ। ਸਤਰੀਕਰਨ ਤੋਂ ਭਾਵ ਹੁੰਦਾ ਦਰਜਾਬੰਦੀ, ਪਹਿਲਾ ਸਥਾਨ, ਦੂਜਾ ਸਥਾਨ, ਤੀਜਾ ਸਥਾਨ। ਇਹ ਹਰ ਇੱਕ ਵਿਅਕਤੀ ਦਾ ਸਮਾਜ ਦੇ ਵਿੱਚ ਵੱਖ ਵੱਖ ਸਥਾਨ ਹੁੰਦਾ, ਕਿਸੇ ਦਾ ਉੱਪਰਲਾ, ਕਿਸੇ ਦਾ ਨਿਚਲਾ, ਕਿਸੇ ਦਾ ਵਿਚਕਾਰਲਾ। ਇਸ ਤਰ੍ਹਾਂ ਇਸ ਨੂੰ ਹੀ ਦਰਜਾਬੰਦੀ ਨੂੰ ਹੀ ਸਮਾਜਿਕ ਸਤਰੀਕਰਨ ਕਿਹਾ ਜਾਂਦਾ ਹੈ। ਮੀਨਿੰਗ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ, ਸਮਾਜਿਕ ਸਤਰੀਕਰਨ ਦੇ ਅਰਥ। ਸਮਾਜਿਕ ਸਤਰੀਕਰਨ ਦਾ ਸ਼ਬਦੀ ਅਰਥ। ਸਮਾਜਿਕ ਸਤਰੀਕਰਨ ਦਾ ਸ਼ਬਦ ਅੰਗਰੇਜ਼ੀ ਦੇ ਸ਼ਬਦ ਸੋਸ਼ਲ ਸਟ੍ਰੈਟੀਫਿਕੇਸ਼ਨ ਦਾ ਰੂਪਾਂਤਰਣ ਹੈ। ਅੰਗਰੇਜ਼ੀ ਦਾ ਸ਼ਬਦ ਸਟਰਾਟਾ, ਜਿਸ ਦਾ ਪੰਜਾਬੀ ਅਰਥ ਹੈ ਸਤਰਾਂ ਜਾਂ ਲੇਅਰਸ। ਇਹ ਬਹੁਵਚਨ ਸ਼ਬਦ ਹੈ। ਇਸ ਸ਼ਬਦ ਦੀ ਉਤਪਤੀ ਇੱਕ ਵਚਨ ਲਾਤੀਨੀ ਭਾਸ਼ਾ ਦੇ ਸ਼ਬਦ ਸਟ੍ਰੇਟਮ ਤੋਂ ਹੋਈ ਹੈ, ਜਿਸ ਦਾ ਅਰਥ 70 ਹੈ। ਇਸ ਤਰ੍ਹਾਂ ਸਟਰਾਟਾ ਸ਼ਬਦ ਦਾ ਅਰਥ 17 ਤੋਂ ਹੈ। 17 ਸ਼ਬਦ ਇਸ ਗੱਲ ਦਾ ਪ੍ਰਤੀਕ ਹੈ ਕਿ ਵਸਤ ਵਿਸ਼ੇਸ਼ ਅਵੰਡਪੂਰਨਤਾ ਨਹੀਂ ਹੈ, ਭਾਵ ਉਸ ਨੂੰ ਅਸੀਂ ਵੱਖ ਵੱਖ ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਸਗੋਂ ਵੱਖ ਵੱਖ ਸਤਰਾਂ ਵਿੱਚ ਵੰਡੀ ਹੋਈ ਹੈ। ਜੋ ਵੀ ਵਸਤ ਹੈਗੀ ਹੈ ਉਹ ਉਸ ਨੂੰ ਵੱਖ ਵੱਖ ਸਤਰਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਸਧਾਰਨ ਸ਼ਬਦਾਂ ਵਿੱਚ ਸਤਰੀਕਰਨ ਦਾ ਅਰਥ ਵਸਤ ਵਿਸ਼ੇਸ਼ ਦਾ ਵੱਖ ਵੱਖ ਸਤਰਾਂ ਵਿੱਚ ਵੰਡੇ ਜਾਣ ਤੋਂ ਹੈ। ਭੂਮੀ ਵਿਗਿਆਨੀਆਂ ਨੇ ਸ਼ਬਦ ਸਤਰੀਕਰਨ ਦਾ ਪ੍ਰਯੋਗ ਤਲਛਟ ਚਟਾਨਾਂ ਦੀਆਂ ਵੱਖ ਵੱਖ ਸਤਰਾਂ ਦਾ ਉੱਚਾ ਅਤੇ ਨੀਵਾਂ ਪੱਧਰ ਦੱਸਣ ਦੇ ਲਈ ਅਤੇ ਤਰਤੀਬ ਵਿੱਚ ਵਿਵਸਥਿਤ ਹੋ ਜਾਣ ਦੀ ਪ੍ਰਕਿਰਿਆ ਲਈ ਕੀਤਾ ਸੀ। ਭੂ ਵਿਗਿਆਨੀਆਂ ਦੁਆਰਾ ਵੀ ਸਤਰੀਕਰਨ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਸੀ। ਸਮਾਜਿਕ ਸਤਰੀਕਰਨ ਦਾ ਸਮਾਜ ਵਿਗਿਆਨ ਵਿੱਚ ਅਰਥ। ਮੀਨਿੰਗ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ ਇਨ ਸੋਸ਼ੋਲੋਜੀ। ਸਮਾਜ ਵਿਗਿਆਨੀਆਂ ਨੇ ਇਹ ਸ਼ਬਦ ਭੂ ਵਿਗਿਆਨੀਆਂ ਤੋਂ ਲੈ ਕੇ ਮਨੁੱਖੀ ਸਮਾਜ ਲਈ ਵਰਤਿਆ ਅਤੇ ਕਿਹਾ ਹੈ ਕਿ ਮਨੁੱਖੀ ਸਮਾਜ ਕੁਝ ਅਜਿਹੀਆਂ ਸਿਥਰ ਵੱਖ ਵੱਖ ਪਰਤਾਂ, ਜਿਨ੍ਹਾਂ ਨੂੰ ਵਰਗ ਕਿਹਾ ਜਾਂਦਾ ਹੈ ਜਾਂ ਜਾਤ ਕਿਹਾ ਜਾਂਦਾ ਹੈ ਜਾਂ ਫਿਰ ਐਥਨਿਕ ਸਮੂਹ ਆਦਿ ਕੁਝ ਵੀ ਨਾਂ ਦਿੱਤਾ ਜਾਂਦਾ ਹੈ, ਵਿੱਚ ਵੰਡਿਆ ਹੋਇਆ ਹੈ। ਇਹ ਸਤਰਾਂ ਉੱਚਤਾ ਅਤੇ ਨਿਮਨਤਾ ਦੇ ਕ੍ਰਮ ਵਿੱਚ ਵਿਵਸਥਿਤ ਹੁੰਦੀਆਂ ਹਨ, ਭਾਵ ਕਿਸੇ ਦਾ ਸਥਾਨ ਉੱਚਾ ਹੁੰਦਾ ਹੈ ਅਤੇ ਕਿਸੇ ਦਾ ਨੀਵਾਂ ਹੁੰਦਾ ਹੈ। ਇਸ ਉੱਚਤਾ ਅਤੇ ਨਿਮਨਤਾ ਦੇ ਕ੍ਰਮ ਅਨੁਸਾਰ ਇਹਨਾਂ ਸਤਰਾਂ ਦੇ ਮੈਂਬਰਾਂ ਦੇ ਆਪਸੀ ਸੰਬੰਧ ਨਿਰਧਾਰਿਤ ਹੁੰਦੇ ਹਨ। ਸਮਾਜ ਵਿਗਿਆਨੀਆਂ ਨੇ ਸਤਰੀਕਰਨ ਸ਼ਬਦ ਭੂਮੀ ਵਿਗਿਆਨੀਆਂ ਤੋਂ ਲਿਆ ਹੈ। ਇਸ ਤੋਂ ਇਲਾਵਾ ਅਤੀ ਸਰਲ ਕਬੀਲੇ ਸਮੂਹਾਂ ਵਿੱਚ ਸਮਾਜਿਕ ਸਤਰੀਕਰਨ ਮੁੱਢਲੀ ਭਾਂਤ ਦਾ ਸੀ। ਸਭ ਵਿਅਕਤੀ ਇੱਕੋ ਉਮਰ ਅਤੇ ਲਿੰਗ ਦੇ ਇੱਕੋ ਜਿਹਾ ਕੰਮ ਕਰਦੇ ਸਨ। ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਦੂਜਿਆਂ ਦੇ ਮੁਕਾਬਲੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋਣ ਕਾਰਨ ਉਹਨਾਂ ਨੂੰ ਵਧੇਰੇ ਇੱਜ਼ਤ ਮਾਣ ਪ੍ਰਾਪਤ ਹੁੰਦਾ ਹੋਵੇਗਾ, ਪਰ ਇਹਨਾਂ ਸਮੂਹਾਂ ਵਿੱਚ ਲੋਕਾਂ ਦੀ ਕੋਈ ਅਗਲੀ ਸ਼੍ਰੇਣੀ ਜਾਂ ਸਮੂਹ ਨਹੀਂ ਸੀ ਜਿਸ ਨੂੰ ਵਧੇਰੇ ਪ੍ਰਤਿਸ਼ਠਾ
ਜਾਂ ਵਿਸ਼ੇਸ਼ ਅਧਿਕਾਰ ਵਾਲੀ ਸਥਿਤੀ ਪ੍ਰਾਪਤ ਹੋਵੇ। ਇਸ ਤਰ੍ਹਾਂ ਇਹਨਾਂ ਸਰਲ ਕਬੀਲੇ ਸਮੂਹਾਂ ਤੋਂ ਇਲਾਵਾ ਬਾਕੀ ਕਿਸੇ ਵੀ ਸਮਾਜ ਦੇ ਮਾਨਵੀ ਸਮਾਜ ਲਈ ਸੁਭਾਵਿਕ ਹੀ ਹੈ ਕਿ ਉਹ ਨਾ ਸਿਰਫ ਸੰਸਥਾਵਾਂ ਵਿੱਚ ਸੰਰਚਨਾਤਮਕ ਅਤੇ ਕਾਰਜਾਤਮਕ ਤੌਰ 'ਤੇ ਸੰਗਠਿਤ ਹੁੰਦੇ ਹਨ, ਸਗੋਂ ਉਹਨਾਂ ਵਿੱਚ ਸਟੇਟਸ ਸਿਸਟਮ, ਰੁਤਬਾ ਵਿਵਸਥਾ ਦੀ ਦਰਜਾਬੰਦੀ ਵੀ ਮੌਜੂਦ ਹੁੰਦੀ ਹੈ, ਜਿਹੜੀ ਕਿ ਸਵੈ ਸੈਲਫ ਅਤੇ ਹੋਰਨਾਂ ਵਿਭਿੰਨਤਾਵਾਂ ਅਤੇ ਰੈਂਕਿੰਗ ਵਿੱਚ ਵਿਕਸਿਤ ਹੁੰਦੀ ਹੈ। ਇਸ ਤਰ੍ਹਾਂ ਕਬੀਲੇ ਸਮਾਜ ਤੋਂ ਇਲਾਵਾ ਬਾਕੀ ਸਾਰੇ ਸਮਾਜ ਦਰਜਾਬੰਦੀ ਦੇ ਆਧਾਰ 'ਤੇ ਵੰਡੇ ਹੋਏ ਹਨ। ਅੱਗੇ ਅਸੀਂ ਸਮਾਜਿਕ ਸਤਰੀਕਰਨ ਦੀਆਂ ਪਰਿਭਾਸ਼ਾਵਾਂ ਦੇਖਦੇ ਹਾਂ। ਡੈਫੀਨੇਸ਼ਨਸ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ। ਇਹ ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ। ਉਹਨਾਂ ਵਿੱਚੋਂ ਅਸੀਂ ਜਿਹੜੀ ਦੇਖਦੇ ਹਾਂ, ਪੀ ਗਿਸਬਰਟ ਦੇ ਅਨੁਸਾਰ ਸਮਾਜਿਕ ਸਤਰੀਕਰਨ ਦਾ ਅਰਥ ਸਮਾਜ ਨੂੰ ਕੁਝ ਅਜਿਹੇ ਸਥਾਈ ਸਮੂਹਾਂ ਜਾਂ ਸ਼੍ਰੇਣੀਆਂ ਵਿੱਚ ਵੰਡਣਾ ਜਾਂ ਵੰਡ ਕਰਨ ਦੀ ਵਿਵਸਥਾ ਤੋਂ ਹੈ, ਜਿਸ ਦੇ ਅੰਤਰਗਤ ਸਭ ਸਮੂਹ ਸ਼੍ਰੇਸ਼ਟਤਾ ਅਤੇ ਅਧੀਨਗੀ ਦੇ ਸੰਬੰਧਾਂ ਦੁਆਰਾ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਤਰ੍ਹਾਂ ਪੀ ਗਿਸਬਰਟ ਕਹਿੰਦਾ ਹੈ ਕਿ ਸਮਾਜ ਨੂੰ ਵੱਖ-ਵੱਖ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ, ਜਿਹੜੇ ਕਿ ਆਪਸ ਦੇ ਵਿੱਚ ਸ਼੍ਰੇਸ਼ਟਤਾ, ਉੱਚਤਾ ਅਤੇ ਨਿਮਨਤਾ ਦੇ ਆਧਾਰ 'ਤੇ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ। ਅਗਲੀ ਪਰਿਭਾਸ਼ਾ ਹੈਗੀ ਹੈ ਔਗਬੋਰਨ ਤੇ ਨਿਮਕੋਫ ਦੀ। ਔਗਬੋਰਨ ਤੇ ਨਿਮਕੋਫ ਜਿਹੜੇ ਹੈਗੇ ਨੇ, ਉਹਨਾਂ ਨੇ ਵੀ ਸਮਾਜਿਕ ਸਤਰੀਕਰਨ ਦੀ ਆਪਣੀ ਪਰਿਭਾਸ਼ਾ ਦਿੱਤੀ ਹੈ। ਇਸ ਦੇ ਅਨੁਸਾਰ ਸਤਰੀਕਰਨ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਦੇ ਦੁਆਰਾ ਵਿਅਕਤੀ ਅਤੇ ਸਮੂਹ ਵੱਖ-ਵੱਖ ਰੁਤਬੇ ਦੀ ਸਥਾਈ ਕਰਮਬੱਧਤਾ ਵਿੱਚ ਵੰਡੇ ਜਾਂਦੇ ਹਨ। ਔਗਬਰਨ ਤੇ ਨਿਮਕੋਫ ਵੀ ਇਹੀ ਕਹਿੰਦਾ ਹੈ ਕਿ ਸਮਾਜ ਦੇ ਵਿੱਚ ਵਿਅਕਤੀ ਨੇ ਜਿਹੜੇ, ਉਹਨਾਂ ਨੂੰ ਉਹਨਾਂ ਦੇ ਰੁਤਬੇ ਦੇ ਆਧਾਰ 'ਤੇ ਉੱਚੇ ਅਤੇ ਨੀਵੇਂ ਦਰਜੇ ਦੇ ਵੱਖ-ਵੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਇਹ ਤਾਂ ਸੀ ਪਰਿਭਾਸ਼ਾ ਜਿਹੜੀ ਪੀ ਗਿਸਬਰਟ ਤੇ ਔਗਬਰਨ ਤੇ ਨਿਮਕੋਫ ਨੇ ਦਿੱਤੀ ਹੈ। ਅੱਗੇ ਅਸੀਂ ਸਮਾਜਿਕ ਸਤਰੀਕਰਨ ਦੇ ਜ਼ਰੂਰੀ ਤੱਤਾਂ ਬਾਰੇ ਗੱਲ ਕਰਾਂਗੇ। ਐਸੈਂਸ਼ੀਅਲ ਐਲੀਮੈਂਟਸ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ। ਸਮਾਜ ਵਿਗਿਆਨ ਵਿੱਚ ਸਮਾਜਿਕ ਸਤਰੀਕਰਨ ਦੇ ਕੁਝ ਜ਼ਰੂਰੀ ਤੱਤ ਨਿਸ਼ਚਿਤ ਕੀਤੇ ਗਏ ਹਨ, ਜਿਹੜੇ ਹੋਣੇ ਜ਼ਰੂਰੀ ਚਾਹੀਦੇ ਹਨ। ਨੰਬਰ 1, ਵਿਭਿੰਨਤਾਵਾਂ, ਡਿਫਰੈਂਸਿਸ। ਸਮਾਜਿਕ ਸਤਰੀਕਰਨ ਸਮਾਜ ਵਿੱਚ ਤਾਂ ਹੀ ਮੌਜੂਦ ਹੋ ਸਕਦਾ ਹੈ ਜੇਕਰ ਸਮਾਜ ਵਿੱਚ ਵਿਭਿੰਨਤਾਵਾਂ ਪਾਈਆਂ ਜਾਣਗੀਆਂ। ਸਮਾਜ ਵਿੱਚ ਸਤਰੀਕਰਨ ਤਾਂ ਹੀ ਹੋਂਦ ਵਿੱਚ ਆਉਂਦਾ ਹੈ ਜੇਕਰ ਇਸ ਦੇ ਮੈਂਬਰਾਂ ਵਿਚਕਾਰ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਇਹਨਾਂ ਵਿਭਿੰਨਤਾਵਾਂ ਦੇ ਦੋ ਮੁੱਖ ਆਧਾਰ ਹਨ। ਨੰਬਰ 1, ਜੀਵ ਵਿਗਿਆਨਿਕ ਆਧਾਰ। ਨੰਬਰ 2, ਸਮਾਜਿਕ ਵਿਸ਼ੇਸ਼ਤਾਵਾਂ। ਪਹਿਲਾਂ ਅਸੀਂ ਦੇਖਦੇ ਹਾਂ ਜੀਵ ਵਿਗਿਆਨਿਕ ਵਿਭਿੰਨਤਾਵਾਂ, ਬਾਇਓਲੋਜੀਕਲ ਡਿਫਰੈਂਸਿਸ। ਬਾਇਓਲੋਜੀਕਲੀ ਜਾਂ ਜੀਵ ਵਿਗਿਆਨਿਕ ਆਧਾਰ 'ਤੇ ਮਨੁੱਖੀ ਸਮਾਜ ਵਿੱਚ ਮਨੁੱਖ ਨਾਲ ਉਮਰ, ਲਿੰਗ, ਜਾਤ, ਨਸਲ, ਸਰੀਰਕ ਬਣਤਰ ਦੇ ਆਧਾਰ 'ਤੇ ਇੱਕ ਦੂਜੇ ਤੋਂ ਵੱਖਰਾ ਕੀਤਾ ਜਾਂਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੇ ਵਿਅਕਤੀ ਰਹਿੰਦੇ ਨੇ, ਉਹ ਵੱਖ-ਵੱਖ ਉਮਰ ਦੇ ਹੁੰਦੇ ਨੇ। ਕੋਈ ਛੋਟੀ ਉਮਰ ਦਾ ਹੁੰਦਾ, ਕੋਈ ਵੱਡੀ ਉਮਰ ਦਾ ਹੁੰਦਾ ਹੈ। ਵੱਖ-ਵੱਖ ਲਿੰਗ ਦੇ ਲੋਕ ਰਹਿੰਦੇ ਨੇ, ਮੇਲ, ਫੀਮੇਲ, ਅਦਰ ਜੈਂਡਰ। ਇਸ ਤੋਂ ਇਲਾਵਾ ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਨੇ। ਡਿਫਰੈਂਟ ਕਾਸਟ ਜਿਹੜੀਆਂ ਹੈਗੀਆਂ ਨੇਗੀਆਂ ਸਮਾਜ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਇਸ ਤੋਂ ਇਲਾਵਾ ਨਸਲ ਦੇ ਆਧਾਰ 'ਤੇ ਵਿਭਿੰਨਤਾ ਮਨੁੱਖੀ ਸਮਾਜ ਵਿੱਚ ਦੇਖੀ ਜਾ ਸਕਦੀ ਹੈ, ਜਾਂ ਫਿਰ ਸਰੀਰਕ ਬਣਤਰ ਦੇ ਆਧਾਰ 'ਤੇ ਵਖਰੇਵਾਂ ਕੀਤਾ ਜਾਂਦਾ ਹੈ। ਜਿਵੇਂ ਨੀਗਰੋਜ਼ ਦੇ ਵਿੱਚ ਰੰਗ ਦੇ ਆਧਾਰ 'ਤੇ ਵਖਰੇਵਾਂ ਕੀਤਾ ਜਾਂਦਾ ਹੈ, ਗੋਰੇ ਅਤੇ ਕਾਲੇ ਦੇ ਵਿੱਚ ਭੇਦ ਕੀਤਾ ਜਾਂਦਾ ਉਹਨਾਂ ਲੋਕਾਂ ਵਿੱਚ। ਦੂਸਰਾ ਹੈਗਾ ਸੋਸ਼ਲ ਐਟਰੀਬਿਊਟਸ, ਸਮਾਜਿਕ ਵਿਸ਼ੇਸ਼ਤਾਵਾਂ।
ਸਮਾਜਿਕ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ ਵੀ ਸਮਾਜ ਦੇ ਵਿੱਚ ਵਖਰੇਵਾਂ ਕੀਤਾ ਜਾਂਦਾ ਹੈ। ਸਮਾਜ ਦੇ ਵੱਖ-ਵੱਖ ਮੈਂਬਰਾਂ ਵਿੱਚ ਉਹਨਾਂ ਦੇ ਸਮਾਜਿਕ ਗੁਣਾਂ ਕਰਕੇ, ਜਿਵੇਂ ਪੈਸਾ, ਵਿੱਦਿਆ, ਧਨ, ਨੈਤਿਕ ਕੀਮਤਾਂ ਆਦਿ ਦੇ ਆਧਾਰ 'ਤੇ ਭਿੰਨਤਾ ਪਾਈ ਜਾਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ, ਜਿਸ ਵਿਅਕਤੀ ਕੋਲ ਜ਼ਿਆਦਾ ਪੈਸਾ ਹੈਗਾ ਹੈ ਉਸ ਦਾ ਸਮਾਜ ਦੇ ਵਿੱਚ ਸਥਾਨ ਉੱਚਾ ਹੁੰਦਾ ਹੈ, ਜਿਸ ਦੇ ਕੋਲ ਘੱਟ ਪੈਸਾ ਹੈ ਉਸ ਦਾ ਸਥਾਨ ਨੀਵਾਂ ਹੁੰਦਾ ਹੈ। ਫਿਰ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਦੇ ਹਾਂ ਕਿ ਪੈਸਾ ਕਿਸ ਤਰੀਕੇ ਨਾਲ ਕਮਾਇਆ ਗਿਆ। ਜੇਕਰ ਉਹਨੇ ਸਹੀ ਤਰੀਕੇ ਨਾਲ ਪੈਸਾ ਕਮਾਇਆ ਤਾਂ ਉਹਦਾ ਸਮਾਜ ਦੇ ਵਿੱਚ ਸਥਾਨ ਉੱਚਾ ਹੋਵੇਗਾ। ਜੇਕਰ ਉਸਨੇ ਗਲਤ ਤਰੀਕੇ ਨਾਲ ਪੈਸਾ ਕਮਾਇਆ ਤਾਂ ਸਮਾਜ ਦੇ ਵਿੱਚ ਉਸ ਦਾ ਸਥਾਨ ਨੀਵਾਂ ਹੋਵੇਗਾ। ਇਸ ਤਰ੍ਹਾਂ ਸਮਾਜਿਕ ਵਿਭਿੰਨਤਾਵਾਂ ਵਿਸ਼ੇਸ਼ ਕਰਕੇ ਸਮਾਜਿਕ ਪ੍ਰਤੀਫਲ ਰਿਵਾਰਡਸ ਦੇ ਵੱਖ-ਵੱਖ ਵਿਤਰਨ ਦੇ ਰੂਪ ਵਿੱਚ ਮੌਜੂਦ ਹੁੰਦੀਆਂ ਹਨ, ਜਿਵੇਂ ਕਿ ਜੀਵਨ ਢੰਗ ਨਾਲ ਜੁੜੇ ਧਨ, ਪ੍ਰਤਿਸ਼ਠਾ ਅਤੇ ਸ਼ਕਤੀ। ਇਸ ਤਰ੍ਹਾਂ ਸਮਾਜ ਦੇ ਵਿੱਚ ਅਸੀਂ ਦੋ ਤਰੀਕੇ ਨਾਲ ਵਖਰੇਵਾਂ ਕਰ ਸਕਦੇ ਹਾਂ, ਦੋ ਤਰ੍ਹਾਂ ਦੀ ਦਰਜਾਬੰਦੀ ਕਰ ਸਕਦੇ ਹਾਂ। ਇੱਕ ਜੀਵ ਵਿਗਿਆਨਿਕ ਆਧਾਰ 'ਤੇ, ਦੂਜਾ ਸਮਾਜਿਕ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ। ਇਸ 'ਤੇ ਇੱਕ ਲੌਂਗ ਕੁਐਸਚਨ ਆ ਜਾਂਦਾ ਹੈ, ਬੇਸਿਸ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ। ਇਸ 'ਤੇ ਅਸੀਂ ਅਗਲਾ ਲੈਕਚਰ ਕੰਪਲੀਟ ਕਵਰ ਕਰਾਂਗੇ। ਨੈਕਸਟ ਹੈਗਾ, ਅਗਲਾ ਐਲੀਮੈਂਟ ਹੈ ਸਿਥਰ ਸਮੂਹ। ਸਮਾਜ ਦੇ ਮੈਂਬਰਾਂ ਵਿੱਚ ਇਹ ਪਾਈਆਂ ਜਾਂਦੀਆਂ ਵਿਭਿੰਨਤਾਵਾਂ ਆਪਣੇ ਆਪ ਵਿੱਚ ਕੋਈ ਸਮੱਸਿਆ ਪੈਦਾ ਨਹੀਂ ਕਰਦੀਆਂ, ਪਰ ਇਹ ਵਿਭਿੰਨਤਾਵਾਂ ਉਦੋਂ ਸਮੱਸਿਆ ਪੈਦਾ ਕਰਦੀਆਂ ਹਨ ਜਦੋਂ ਗੁਣ ਵਿਸ਼ੇਸ਼ ਵਾਲੇ ਵਿਅਕਤੀਆਂ ਨਾਲੋਂ ਭਿੰਨ ਗੁਣ ਵਾਲੇ ਵਿਅਕਤੀ ਵਿਤਕਰਾ ਭਰਿਆ ਵਿਵਹਾਰ ਕਰਦੇ ਹਨ। ਜਦੋਂ ਸਮਾਜ ਦੇ ਵਿੱਚ ਇੱਕ ਵਿਅਕਤੀ ਦੂਜੀ ਵਿਅਕਤੀ ਨਾਲ ਭੇਦਭਾਵ ਕਰਦਾ ਹੈ, ਉਦੋਂ ਇਹ ਸਮੱਸਿਆ ਬਣ ਜਾਂਦਾ ਹੈ। ਤਾਂ ਇਹ ਵਿਸ਼ੇਸ਼ ਗੁਣ ਵਾਲੇ ਵਿਅਕਤੀ ਇਕੱਠੇ ਹੋ ਜਾਂਦੇ ਹਨ ਤਾਂ ਕਿ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ। ਇਸ ਤਰ੍ਹਾਂ ਵੱਖ-ਵੱਖ ਗੁਣਾਂ ਦੇ ਆਧਾਰ 'ਤੇ ਵੱਖ-ਵੱਖ ਸਮੂਹ ਹੋਂਦ ਵਿੱਚ ਆ ਜਾਂਦੇ ਹਨ। ਅਸਥਿਰ ਸਮੂਹ, ਜਿਵੇਂ ਕਿ ਵਧੀਆ ਰਸੋਈ ਗੈਸ ਦੀਆਂ ਕੀਮਤਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਉਪਭੋਗਤਾਵਾਂ ਦਾ ਸਮੂਹ ਆਰਜ਼ੀ ਹੈ। ਅਜਿਹੇ ਸਮੂਹਾਂ ਦਾ ਸਥਿਰੀਕਰਨ ਦੀ ਪ੍ਰਕਿਰਿਆ ਨਾਲ ਕੋਈ ਵਾਸਤਾ ਨਹੀਂ। ਇਸ ਤਰ੍ਹਾਂ ਵੱਖ-ਵੱਖ ਸਮੂਹ ਸਮਾਜ ਦੇ ਵਿੱਚ ਹੁੰਦੇ ਨੇ, ਪਰ ਉਹਨਾਂ ਦੇ ਵਿੱਚੋਂ ਕਿਹੜਿਆਂ ਦਾ ਸੰਬੰਧ ਸਮਾਜਿਕ ਸਥਿਰੀਕਰਨ ਨਾਲ ਹੈ ਕਿ ਕਿਹੜਿਆਂ ਦਾ ਨਹੀਂ, ਇਹ ਵੀ ਅਸੀਂ ਦੇਖਣਾ ਹੁੰਦਾ ਹੈ। ਜਿਹੜੇ ਸਮੂਹ ਸਮਾਜ ਦੇ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਨੇ ਉਹ ਸਮਾਜਿਕ ਸਥਿਰੀਕਰਨ ਨਾਲ ਸੰਬੰਧਿਤ ਸਮੂਹ ਹਨ। ਜਿਵੇਂ ਅਸੀਂ ਦੇਖਦੇ ਹਾਂ ਕਿ ਕਾਸਟ ਸਿਸਟਮ, ਵੱਖ-ਵੱਖ ਜਾਤੀਆਂ ਦੇ ਲੋਕਾਂ ਦੇ ਜਿਹੜੇ ਸਮੂਹ ਨੇ ਉਹ ਸਮਾਜਿਕ ਸਥਿਰੀਕਰਨ ਦਾ ਆਧਾਰ ਹਨ, ਕਿਉਂਕਿ ਉਹ ਸਮਾਜ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਨੇ। ਜੇਕਰ ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ, ਰਸੋਈ ਗੈਸ ਦੀਆਂ ਕੀਮਤਾਂ ਵੱਧ ਜਾਣ ਦੇ ਨਾਲ ਕੁਝ ਲੋਕ ਇਕੱਠੇ ਹੁੰਦੇ ਨੇ, ਤਾਂ ਇਸ ਤਰ੍ਹਾਂ ਦੇ ਸਮੂਹ ਨੂੰ ਅਸੀਂ ਸਮਾਜਿਕ ਸਥਿਰੀਕਰਨ ਨਾਲ ਸੰਬੰਧਿਤ ਸਮੂਹ ਨਹੀਂ ਕਹਿ ਸਕਦੇ। ਅਗਲਾ ਐਲੀਮੈਂਟ ਹੈ ਇਨਇਕੁਐਲਿਟੀ, ਅਸਮਾਨਤਾ। ਸਿਥਰ ਸਮੂਹਾਂ ਦੇ ਹੋਂਦ ਵਿੱਚ ਆ ਜਾਣ ਨਾਲ ਸਮਾਜ ਸਥਿਰੀਕ੍ਰਿਤ ਨਹੀਂ ਹੋ ਜਾਂਦਾ। ਜਦੋਂ ਇਹਨਾਂ ਸਮੂਹਾਂ ਦਾ ਸਮਾਜਿਕ ਤੌਰ 'ਤੇ ਮੁਲਾਂਕਣ ਸ਼੍ਰੇਸ਼ਟਤਾ ਅਤੇ ਹੀਨਤਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਅਤੇ ਇੱਕ ਨੂੰ ਪ੍ਰਤੀਫਲ ਅਤੇ ਸਨਮਾਨ ਦੂਸਰੇ ਦੀ ਤੁਲਨਾ ਵਿੱਚ ਵਧੇਰੇ ਦਿੱਤਾ ਜਾਂਦਾ ਹੈ, ਤਾਂ ਨਤੀਜੇ ਵਜੋਂ ਸਮਾਜਿਕ ਅਸਮਾਨਤਾ ਹੋਂਦ ਵਿੱਚ ਆ ਜਾਂਦੀ ਹੈ। ਸਮਾਜਿਕ ਅਸਮਾਨਤਾ ਦਾ ਹੋਂਦ ਵਿੱਚ ਆਉਣ ਨਾਲ ਸਮਾਜਿਕ ਸਥਿਰੀਕਰਨ ਸਮਾਜ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਅਸਮਾਨਤਾ ਦੇ ਆਧਾਰ 'ਤੇ ਸਮਾਜ ਦੇ ਵਿੱਚ ਸਥਿਰੀਕਰਨ ਆਉਂਦਾ ਹੈ ਜਦੋਂ ਇੱਕ ਸਮੂਹ ਦੇ ਵਿਅਕਤੀਆਂ ਨੂੰ ਦੂਜੇ ਸਮੂਹ ਨਾਲੋਂ ਜ਼ਿਆਦਾ ਸ਼੍ਰੇਸ਼ਟ ਮੰਨਿਆ ਜਾਂਦਾ ਹੈ। ਜਿਵੇਂ ਅਸੀਂ ਉਦਾਹਰਨ ਦੇ ਸਕਦੇ ਹਾਂ, ਉੱਚ ਜਾਤੀ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਜ਼ਿਆਦਾ ਸ਼੍ਰੇਸ਼ਟ ਮੰਨਿਆ ਜਾਂਦਾ ਹੈ, ਉਸ ਦੇ ਮੁਕਾਬਲੇ ਨੀਵੀਂ ਜਾਤੀ ਦੇ ਲੋਕਾਂ ਨੂੰ ਘੱਟ ਸ਼੍ਰੇਸ਼ਟ ਮੰਨਿਆ ਜਾਂਦਾ ਹੈ। ਇਹ ਹਿੰਦੂ ਫਿਲਾਸਫੀ ਦੇ ਅਨੁਸਾਰ ਹੈ। ਨੈਕਸਟ ਹੈਗਾ ਪਦਕ੍ਰਮ, ਹੈਰਾਰਕੀ। ਸਮਾਜਿਕ ਸਮੂਹਾਂ ਵਿਚਕਾਰ ਸਿਰਫ ਅਸਮਾਨਤਾ ਹੋਣ ਨਾਲ ਹੀ ਸਥਿਰੀਕਰਨ ਹੋਂਦ ਵਿੱਚ ਨਹੀਂ ਆਉਂਦਾ, ਬਲਕਿ ਸਥਿਰ ਸਮੂਹ ਇੱਕ ਦੂਸਰੇ ਨਾਲ ਸ਼੍ਰੇਸ਼ਟਤਾ ਅਤੇ ਅਧੀਨਗੀ ਦੇ ਸੰਬੰਧਾਂ ਕਾਰਨ ਸੰਬੰਧਿਤ ਹੋਣੇ ਜ਼ਰੂਰੀ ਹਨ ਅਤੇ ਸੰਬੰਧਾਂ ਦਾ ਇਹ ਰੂਪ ਉੱਚਤਾ ਅਤੇ ਅਧੀਨਗੀ ਸਮਾਜ ਦੁਆਰਾ ਪ੍ਰਵਾਨ ਹੋਣਾ ਚਾਹੀਦਾ ਹੈ। ਇਹਨਾਂ ਸਮੂਹਾਂ ਵਿਚਕਾਰ
ਉੱਚੇ ਦਰਜੇ ਅਤੇ ਹੀਨਤਾ ਦੀ ਸਥਿਤੀ ਹੈ ਜੋ ਸਮੂਹਾਂ ਨੂੰ ਵੱਖ-ਵੱਖ ਪਰਤਾਂ, ਵੱਖ-ਵੱਖ ਲੇਅਰਸ ਦੇ ਵਿੱਚ ਬਦਲ ਦਿੰਦੀ ਹੈ ਅਤੇ ਸਮੂਹ ਨੂੰ ਇੱਕ ਦੂਸਰੇ 'ਤੇ ਆਰੋਪਿਤ ਕਰਦੀ ਹੈ। ਇਸ ਤਰ੍ਹਾਂ ਸ਼੍ਰੇਸ਼ਟਤਾ ਤੇ ਹੀਨਤਾ ਦੇ ਸੰਬੰਧਾਂ ਦੇ ਆਧਾਰਿਤ ਸਥਾਈ ਸਮੂਹ ਪੰਕਤੀਬੱਧ ਹੋ ਕੇ ਪਦਕ੍ਰਮ ਵਿੱਚ ਸੱਜ ਜਾਂਦੇ ਹਨ। ਇਸ ਤਰ੍ਹਾਂ ਸਮਾਜ ਦੇ ਵਿੱਚ ਜਿਹੜੀ ਸਤਰੀਕਰਨ ਹੈ, ਇਸ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਦਾ ਇੱਕ ਪਦਕ੍ਰਮ ਪਾਇਆ ਜਾਂਦਾ ਹੈ, ਇੱਕ ਹਾਇਰਾਰਕੀ ਪਾਈ ਜਾਂਦੀ ਹੈ। ਭਾਵ ਇੱਕ ਪਹਿਲੇ ਨੰਬਰ 'ਤੇ ਕੌਣ ਹੈ, ਦੂਜੇ ਨੰਬਰ 'ਤੇ ਕੌਣ ਹੈ, ਤੀਜੇ ਨੰਬਰ 'ਤੇ ਕੌਣ ਹੈ। ਜਿਵੇਂ ਅਸੀਂ ਦੇਖਦੇ ਹਾਂ ਇਨਕਮ ਦੇ ਆਧਾਰ 'ਤੇ ਰਿਚ, ਮਿਡਲ ਕਲਾਸ ਅਤੇ ਪੂਅਰ, ਇਹ ਇੱਕ ਕੈਟਾਗਰੀ ਬਣ ਗਈ, ਇੱਕ ਹਾਇਰਾਰਕੀ ਬਣ ਗਈ, ਜਿਹਦੇ ਵਿੱਚ ਸਭ ਤੋਂ ਪਹਿਲਾ ਸਥਾਨ ਰਿਚ ਵਿਅਕਤੀਆਂ ਦਾ, ਦੂਜਾ ਮਿਡਲ ਕਲਾਸ ਦਾ, ਤੀਜਾ ਪੂਅਰ ਕਲਾਸ ਦਾ। ਇਸ ਤਰ੍ਹਾਂ ਸਮਾਜ ਸਤਰੀਕਰਨ ਦੇ ਆਧਾਰ 'ਤੇ ਇੱਕ ਪਦਕ੍ਰਮ ਵਿੱਚ ਵੰਡ ਦਿੱਤਾ ਜਾਂਦਾ ਹੈ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸਤਰੀਕਰਨ ਸਮਾਜ ਦਾ ਅਜਿਹਾ ਸਥਾਈ ਸਮੂਹਾਂ ਦਾ ਵਿਭਾਜਨ ਹੈ ਜੋ ਕਿ ਇੱਕ ਦੂਸਰੇ ਨਾਲ ਸ਼੍ਰੇਸ਼ਟਤਾ ਅਤੇ ਅਧੀਨਗੀ ਦੇ ਸੰਬੰਧਾਂ ਕਾਰਨ ਸੰਬੰਧਿਤ ਹੁੰਦੇ ਹਨ। ਇਹ ਸੰਬੰਧ ਹੀ ਹਨ ਜੋ ਸਮੂਹਾਂ ਦੀ ਅਤੇ ਵੱਖ-ਵੱਖ ਸਮੂਹਾਂ ਦੇ ਮੈਂਬਰਾਂ ਦੀ ਸਮਾਜ ਵਿੱਚ ਸਮਾਜਿਕ ਸਥਿਤੀ ਨੂੰ ਨਿਰਧਾਰਿਤ ਕਰਦੇ ਹਨ। ਇਹ ਹੀ ਨਹੀਂ, ਇਹ ਸੰਬੰਧ ਸਮੂਹਾਂ ਦੀ ਕਿਸਮ, ਵਰਗ, ਜਾਤ, ਐਥਨਿਕ ਸਮੂਹ ਆਦਿ ਵੀ ਨਿਰਧਾਰਿਤ ਕਰਦੇ ਹਨ। ਇਹ ਤਾਂ ਸੀ ਅੱਜ ਦਾ ਲੈਕਚਰ। ਸਮਾਜਿਕ ਸਤਰੀਕਰਨ ਕੀ ਹੈ, ਉਸਦੇ ਐਲੀਮੈਂਟ ਕੀ ਹਨ, ਉਸਦੀ ਮੀਨਿੰਗ ਅਤੇ ਪਰਿਭਾਸ਼ਾ। ਅਗਲੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ। ਜੇਕਰ ਲੈਕਚਰ ਸਮਝ ਆ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲੈਕਚਰ ਨੇ ਜਿਹੜੇ ਇਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ। ਥੈਂਕ ਯੂ।